ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਦਹਿਸ਼ਤਗਰਦੀ ਦੇ ਐਕਟ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਔਰ ਜਿਹੜੇ ਦੂਸਰੇ ਉਹਨਾਂ ਦੇ ਸਾਥੀ ਸਹਿਯੋਗੀ ਨੇ ਉਹ ਕਰਨਗੇ ਕਿਉਂਕਿ ਇਹ ਉਹਨਾਂ ਨੂੰ ਸੂਟ ਕਰਦਾ। ਅਫਗਾਨਿਸਤਾਨ ਨੂੰ ਉਹ ਐਜ਼ ਅ ਹੱਬ ਯੂਜ਼ ਕਰ ਰਹੇ ਸੀ ਪਾਕਿਸਤਾਨ ਨੂੰ ਡੀਸਟੇਬਲ ਕਰਨ ਦੇ ਲਈ। ਮਤਲਬ ਜੇ ਹੁਣ ਤੁਸੀਂ ਜਰਨਲਿਜ਼ਮ ਕਰ ਰਹੇ ਹੋ ਤੇ ਆਪਣੇ ਆਪ ਨੂੰ ਕਹਿੰਦੇ ਤੁਸੀਂ ਇੰਟਰਨੈਸ਼ਨਲ ਜਰਨਲਿਸਟ ਹੋ, ਪਰ ਪਾਕਿਸਤਾਨੀ ਕਸ਼ਮੀਰ ਦੀ ਗੱਲ ਕਰਦੇ ਆ, ਤੁਸੀਂ ਉਹਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਹੋ ਤੇ ਇਧਰ ਕਹਿੰਦੇ ਹੋ ਹਮਾਰਾ ਕਸ਼ਮੀਰ। ਗਿਲਗਿਤ ਬਾਲਸਤਾਨ ਨੂੰ ਵੀ ਤੁਸੀਂ ਕਹਿੰਦੇ ਹੋ ਜੀ ਚਾਈਨਾ ਜਿਹੜਾ ਉਹ ਇਨਫ੍ਰਿੰਜ ਅਪਨ ਕਰ ਰਿਹਾ ਸੋਵਰਨਿਟੀ ਦੇ ਭਾਰਤ ਦੀ, ਕਿਉਂਕਿ ਭਾਰਤ ਦੀ ਟੈਰੀਟਰੀ ਹੈ। ਫਿਰ ਕਿਸ ਕਿਸਮ ਦਾ ਜਰਨਲਿਜ਼ਮ ਤੁਸੀਂ ਕਰ ਰਹੇ ਹੋ? ਅਸ਼ਰਫ ਗਨੀ ਨੇ ਜਿਸ ਕਿਸਮ ਦੀ ਇਲਜ਼ਾਮਬਾਜ਼ੀ ਕੀਤੀ, ਇੱਕ ਉਹਨੇ ਕਿਹਾ ਕਿ ਜੀ 10,000 ਜਿਹਾਦੀ ਫਾਈਟਰ ਜਿਹੜੇ ਨੇ ਉਹ ਪਿਛਲੇ ਮਹੀਨੇ 'ਚ ਪਾਕਿਸਤਾਨ ਤੋਂ ਕ੍ਰਾਸ ਕਰਕੇ ਅਫਗਾਨਿਸਤਾਨ ਗਏ। ਉਹ ਕਹਿ ਰਿਹਾ ਜੀ ਇਹ ਪਾਕਿਸਤਾਨ ਕਹਿੰਦਾ ਸਾਡਾ ਹੈ ਨਹੀਂ, ਇਹ ਤਾਂ ਦੇਖੋ ਡਿਸਟਰੋਏ ਕਰ ਰਹੇ ਨੇ। ਸੈਲੀਬ੍ਰੇਟ ਕਿਹਨੇ ਸੈਲੀਬ੍ਰੇਟ ਕੀਤਾ ਭਾਈ? ਪੱਲੇ ਤੁਹਾਡੇ ਕੁਛ ਨਹੀਂ ਹੈ। ਡਿਫੈਂਡ ਤੁਸੀਂ ਆਪਣੀ ਮੁਲਕ ਨੂੰ, ਆਪਣੀ ਟੈਰੀਟਰੀ ਨੂੰ। 3 ਲੱਖ ਫੌਜ ਜਿਨ੍ਹਾਂ ਤੋਂ ਤਨਖਾਹਾਂ ਲੈਂਦੇ ਹੋ ਅਮਰੀਕਾ ਤੋਂ ਟ੍ਰੇਨਡ ਕੀਤਾ, ਉਹ ਕਿੱਥੇ ਨੇ ਸਾਰੇ? ਕਿਵੇਂ ਇੱਕ ਹਫ਼ਤੇ ਦੇ ਵਿੱਚ ਇਹ ਸਾਰਾ ਮੈਲਟਡਾਊਨ ਹੋਇਆ? ਔਰ ਉਹਨੇ ਇਹ ਕਿਹਾ ਕਿ ਜੀ ਇਹ ਪਾਕਿਸਤਾਨ ਹੀ ਹੈ ਇਸ ਦੇ ਲਈ, ਕਿਉਂਕਿ ਉਹ ਤਾਲਿਬਾਨ ਤੇ ਨੱਥ ਨਹੀਂ ਪਾ। ਜੇ ਪਾਕਿਸਤਾਨ ਚਾਹੁੰਦਾ ਤੇ ਪੀਸ ਟਾਕ ਜਿਹੜੀਆਂ ਨੇ ਅੱਗੇ ਵਧਣੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਸਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੁਰਸਾਨੇ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच है। बहुत शुक्रिया जी डॉक्टर साहब, आज 16 जुलाई 2021 पहली सावन नानकशाही संमत 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪ੍ਰੋਗਰਾਮ ਨੂੰ ਜੋ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਗਿਆ ਹੈ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦਈਏ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਟੋਰਾਂਟੋ ਤੋਂ ਸਰਦਾਰ ਅਰਵਿੰਦਰ ਸਿੰਘ ਹਰਾਂ ਵੱਲੋਂ। ਸੋ ਇਹਨਾਂ ਵੱਲੋਂ TV84 ਦੇ ਦਰਸ਼ਕਾਂ ਨੂੰ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਲਈ ਜਿਹੜੀ ਉਹ ਬੇਨਤੀ ਕੀਤੀ ਗਈ ਹੈ ਔਰ ਮੋਦੀ ਸਰਕਾਰ ਪੰਜਾਬ ਅਤੇ ਸਿੱਖਾਂ ਦਾ ਲੱਕ ਤੋੜਨ ਤੇ ਜਿਸ ਤਰ੍ਹਾਂ ਕਿ ਤੁਲੀ ਹੋਈ ਹੈ ਅਤੇ ਮਹੀਨਿਆਂ ਬੱਧੀ ਜਿਹੜੀ ਦਿੱਲੀ ਦੀਆਂ ਹੱਦਾਂ ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਟਿੱਚ ਜਾ ਰਹੀ ਹੈ। ਸੋ ਜੇ ਅਸੀਂ ਵਿਊਅਰਸ ਮੋਦੀ ਸਰਕਾਰ ਦੀ ਪਿੱਠ ਨਾ ਲਵਾ ਸਕੇ ਤਾਂ ਖੇਤੀ ਜਿਹੜੇ ਕਾਨੂੰਨ ਨੇ ਵਾਪਸ ਨਾ ਹੋਵੇ ਤਾਂ ਆਉਣ ਵਾਲੇ ਜਿਹੜੇ ਕਈ ਸਾਲਾਂ ਤੱਕ ਜਿਹੜਾ ਪੰਜਾਬ ਵਿੱਚੋਂ ਕਿਸੇ ਤਰ੍ਹਾਂ ਦੇ ਸੰਘਰਸ਼ ਦੇ ਉੱਠਣ ਦੀ ਜਿਹੜੀ ਆਸ ਨਹੀਂ ਰੱਖੀ ਜਾ ਸਕਦੀ। ਸੋ ਵਿਊਅਰਸ, ਆਓ ਮੋਦੀ ਸਰਕਾਰ ਖਿਲਾਫ ਹੱਲਾ ਮਾਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਰਵਿੰਦਰ ਸਿੰਘ ਔਰਾਂ ਜੀ ਦਾ ਧੰਨਵਾਦ ਕਰਦੇ ਹਾਂ। ਸੋ ਵਿਊਅਰਸ, ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਸ਼ਕੰਦ ਉਜ਼ਬੇਕਿਸਤਾਨ ਵਿੱਚ ਹੋਈ ਇੱਕ ਕਾਨਫਰੰਸ ਦੌਰਾਨ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਅਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਨਾਬ ਇਮਰਾਨ ਖਾਨ ਵਿਚਕਾਰ ਚੰਗੀ ਜਿਹੜੀ ਹੈ ਨੋਕ-ਝੋਕ ਹੋਈ ਹੈ। ਸੋ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਵੱਲੋਂ ਪਾਕਿਸਤਾਨ ਤੇ ਲਾਏ ਇਲਜ਼ਾਮਾਂ ਦਾ ਜਿਹੜਾ ਇਮਰਾਨ ਖਾਨ ਹੋਰਾਂ ਨੇ ਬਾਖੂਬੀ ਜਿਹੜਾ ਜਵਾਬ ਦਿੱਤਾ ਹੈ। ਸੋ ਵਿਊਅਰਸ, ਜ਼ਾਹਿਰ ਹੈ ਕਿ ਅਸ਼ਰਫ ਗਨੀ ਨੇ ਇਹ ਕਰਤੂਤ ਭਾਰਤ ਦੀ ਸ਼ਹਿ ਤੇ ਹੀ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਅਰਵਿੰਦਰ ਸਿੰਘ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਨੇ ਜਾਂ ਮੈਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੈ, ਟੋਰਾਂਟੋ ਬੇਸਡ ਨੇ ਔਰ ਉਹਨਾਂ ਦਾ ਹਮੇਸ਼ਾ ਹੀ ਪੰਥ ਪਿਆਰ ਔਰ ਖਾਸ ਤੌਰ ਤੇ ਸਾਡੇ ਨਾਲ ਵੀ ਨਿੱਜੀ ਤੌਰ ਦੇ ਉੱਤੇ ਇੱਕ ਜਿਹੜਾ ਜਜ਼ਬਾਤੀ ਲਗਾਵ ਵੀ ਹੈ
ਔਰ ਮੈਂ ਸਮਝਦਾ ਵੀ ਉਹ ਪਰਿਵਾਰ ਜਿਹੜੇ ਸਿੱਖੀ ਸਰੂਪ 'ਚ ਨੇ, ਜਿਹੜੇ ਉੱਥੇ ਰਹਿੰਦੇ ਆ, ਜਿਨ੍ਹਾਂ ਨੇ ਗਰਾਊਂਡ ਹਾਲਾਤ ਕੀ ਨੇ ਉਹਨਾਂ ਨੂੰ ਦੇਖਿਆ। ਬੇਸ਼ੱਕ ਬਾਹਰ ਆ ਕੇ ਇੱਕ ਆਪਣੀ ਕਿਸਮ ਦੀ ਸਟਰਗਲ ਹੁੰਦੀ ਹੈ, ਪਰ ਉਹਨਾਂ ਦੇ ਦਿਲ ਪੰਜਾਬ ਦੀ ਆਪਣੀ ਧਰਤੀ ਦੇ ਨਾਲ, ਆਪਣੇ ਲੋਕਾਂ ਦੇ ਨਾਲ ਧੜਕਦੇ ਨੇ। ਔਰ ਅਰਵਿੰਦਰ ਸਿੰਘ ਜਿਹੜੇ ਡਾਕਟਰ ਮੇਵਾ ਸਿੰਘ ਟਿਵਾਣਾ ਦੇ ਫਰਜ਼ੰਦ ਨੇ, ਜਿਹੜੇ ਖੁਦ ਬੜੇ ਡਿਸਟਿੰਗੁਇਸ਼ਡ ਪ੍ਰੋਫੈਸਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਲੰਬਾ ਵਕਤ ਉਹਨਾਂ ਨੇ ਸਰਵ ਕੀਤਾ, ਔਰ ਉਹ ਮਹਿਸੂਸ ਕਰਦੇ ਨੇ ਕਿ ਜਿਹੜੀਆਂ ਨੀਤੀਆਂ ਕੱਲੀਆਂ, ਜਦੋਂ ਅਸੀਂ ਧਾਰਮਿਕ ਪਰਸੀਕਿਊਸ਼ਨ ਦੇ ਉੱਤੇ ਬਹੁਤ ਵਾਰ ਹੁਣ ਤੱਕ ਜ਼ਿਆਦਾ ਜ਼ੋਰ ਰਿਹਾ, ਪਰ ਇਹਨਾਂ 3 ਕਿਸਾਨ ਕਾਨੂੰਨਾਂ ਦੇ ਆਉਣ ਤੋਂ ਬਾਅਦ ਆਰਥਿਕ ਫੈਕਟਰ ਵੀ ਸਿੱਖਾਂ ਨੇ ਸਮਝਣਾ ਸ਼ੁਰੂ ਕੀਤਾ। ਹਾਲਾਂਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਬਾਰੇ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਉਹਦੀ ਕੀ ਮੰਗ ਤਾਂ ਪੰਜਾਬ ਦੇ ਪਾਣੀ ਸੀ ਕਿ ਕਿਵੇਂ 3/4 ਹਿੱਸਾ ਸਤਲੁਜ, ਬਿਆਸ, ਰਾਵੀ ਦਰਿਆਵਾਂ ਦਾ ਹਰਿਆਣਾ, ਰਾਜਸਥਾਨ ਜਿਹੜੇ ਕਿ ਨੌਨ ਰਾਈਪੇਰੀਅਨ ਨੇ ਦਰਿਆ, ਉਹਨਾਂ ਨੂੰ ਛੂੰਹਦੇ ਵੀ ਨਹੀਂ, ਲੇਕਿਨ ਪਾਣੀ ਉਹਨਾਂ ਨੂੰ ਦਿੱਤਾ ਜਾ ਰਿਹਾ। ਇਸ ਦੇ ਉੱਤੇ ਜ਼ਰੂਰ ਧਿਆਨ ਸੀ, ਅਕਾਲੀਆਂ ਨੇ ਧਰਮ ਯੁੱਧ ਮੋਰਚੇ ਦਾ ਇਸ ਨੂੰ ਆਧਾਰ ਬਣਾਇਆ ਸੀ, ਲੇਕਿਨ ਕਿਵੇਂ ਜ਼ਮੀਨਾਂ ਸ਼ਰਿੰਕ ਹੁੰਦੀਆਂ ਚਲੀਆਂ ਗਈਆਂ, ਔਰ ਖਾਸ ਤੌਰ ਤੇ ਪਾਣੀ ਦਾ ਲੈਵਲ ਕੱਲਾ ਇਹੀ ਨਹੀਂ, ਜਦੋਂ ਤੁਹਾਡਾ ਨਹਿਰੀ ਪਾਣੀ ਔਰ ਦੂਸਰਾ ਉਹ ਵੀ ਖਤਮ ਕਰ ਦਿੱਤਾ ਗਿਆ, ਔਰ ਤੁਹਾਨੂੰ ਉਸ ਕਿਸਮ ਦੀਆਂ ਫਸਲਾਂ ਲਈ ਖਾਸ ਤੌਰ ਤੇ ਝੋਨਾ ਬੀਜਣ ਤੇ ਜਿਹੜਾ ਉਹ ਲਾ ਦਿੱਤਾ ਗਿਆ, ਉਹਨੂੰ ਗ੍ਰੀਨ ਰੈਵੋਲੂਸ਼ਨ ਔਰ ਉਹਦਾ ਨਾਂ ਦਿੱਤਾ ਗਿਆ, ਇੱਕ ਫੇਕ ਜਿਹੀ ਕਿਸਮ ਦੀ ਸੈਲੀਬ੍ਰੇਸ਼ਨ ਕਿ ਜੀ ਬਹੁਤ ਪ੍ਰੋਸਪੈਰਿਟੀ ਆ ਗਈ। ਤੇ ਅੱਜ ਅਸੀਂ ਦੇਖਦੇ ਹਾਂ ਕਿ ਜਿੱਥੇ 12-14 ਫੁੱਟ ਦੇ ਥੱਲੇ ਪਾਣੀ ਸੀ, ਅੱਜ ਉਹ 200-200 ਫੁੱਟ, 250-250 ਫੁੱਟ ਔਰ ਡਬਲ ਸਮਰਸੀਬਲ ਪੰਪ ਲਾ ਕੇ ਵੀ ਜਿਹੜਾ ਉਹ ਔਰ ਪਾਣੀ ਦੀ ਕੁਆਲਿਟੀ ਉਹ ਐਗਰੀਕਲਚਰ ਲਈ ਹੋਏ, ਡਰਿੰਕਿੰਗ ਹੋਏ, ਕਿਸ ਕਦਰ ਪੋਲਿਊਟਡ ਹੈ। ਲੇਕਿਨ ਇਹ ਸਭ ਦੇ ਚਲਦਿਆਂ ਆਲਰੇਡੀ ਖੁਦਕਸ਼ੀਆਂ ਕਿਸਾਨੀ ਦੇ ਹਵਾਲੇ ਨਾਲ ਪੰਜਾਬ ਦੇ ਵਿੱਚ, ਇਹ ਤਾਂ 90s ਦੇ ਵਿੱਚ ਹੀ ਸਰਦਾਰ ਇੰਦਰਜੀਤ ਸਿੰਘ ਜੇਜੀ ਜਿਨ੍ਹਾਂ ਨੇ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਆਰਗੇਨਾਈਜੇਸ਼ਨ ਬਣਾਈ ਹੋਈ ਸੀ, ਉਹਨਾਂ ਦੀ ਲਿਖਤ ਇੱਕ ਟ੍ਰਿਬਿਊਨ ਦੇ ਵਿੱਚ ਆਈ। ਬਾਅਦ ਦੇ ਵਿੱਚ ਉਹਨਾਂ ਨੇ ਇਸ ਦੇ ਉੱਤੇ ਆਪਣੇ ਹੋਰ ਡੀਟੇਲ ਲਿਖਿਆ, ਕਿਉਂਕਿ ਉਹ ਜ਼ਿਲ੍ਹਾ ਸੰਗਰੂਰ ਲਹਿਰਾ ਗਾਗਾ ਤੋਂ MLA ਵੀ ਰਹੇ ਸੀ, ਔਰ ਉਹਨਾਂ ਨੇ ਦੇਖਿਆ ਵੀ ਸੰਗਰੂਰ ਬੈਲਟ ਦੇ ਵਿੱਚ ਹੀ ਕਿਵੇਂ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਔਰ ਕਿੰਨਾ ਮੰਦੇ ਹਾਲ ਹੈ, ਔਰ ਉਸ ਨੂੰ ਸਰਕਾਰ ਨੇ ਡਿਨਾਈ ਕੀਤਾ। ਜਿਉਂ ਹੀ ਉਹ ਖਬਰ ਛਪਦੀ ਹੈ, ਨਾਲ ਦੀ ਨਾਲ ਇੰਡੀਆ ਟੁਡੇ ਔਰ ਦੂਸਰੀਆਂ ਜਿਹੜੀਆਂ ਇਸ ਕਿਸਮ ਦੀਆਂ ਸਰਕਾਰੀ ਨੀਤੀਆਂ ਨੂੰ ਪ੍ਰਮੋਟ ਕਰਨ ਵਾਲੀਆਂ ਮੈਗਜ਼ੀਨ ਸਨ, ਉਹਨਾਂ ਨੇ ਉਹ ਆਰਟੀਕਲ ਜਿਹਦੇ 'ਚ ਕਲਰਡ ਫੋਟੋਆਂ, ਜੀਨਸ ਪਾਈਆਂ ਹੋਈਆਂ, ਗੋਗਲਸ ਲੱਗੇ ਹੋਏ ਕਿ ਜੀ ਕਿਸਾਨ ਕਿੰਨੇ ਖੁਸ਼ ਨੇ ਔਰ ਕਿੰਨਾ ਇਹ ਹੈ। ਲੇਕਿਨ ਜਿਵੇਂ ਉਹਨਾਂ ਨੇ ਫਾਈਨਲ ਜੇ ਕਹਿਣਾ ਹੋਏ ਕਿ ਵੀ ਲਾਸਟ ਸਟ੍ਰਾ ਔਨ ਦਾ ਕੈਮਲਸ ਬੈਕ, ਉਹ ਸੀ ਕਿ ਕੋਵਿਡ-19 ਦੇ ਕਹਿਰ ਦੇ ਸ਼ੁਰੂ ਹੋਣ ਦੇ ਨਾਲ ਹੀ ਇਹਨਾਂ ਨੇ ਕਿਵੇਂ ਜੂਨ ਦੇ ਵਿੱਚ, ਜੂਨ 2020 'ਚ ਪਹਿਲਾਂ ਆਰਡੀਨੈਂਸ ਲਿਆਂਦੇ 3 ਖੇਤੀਬਾੜੀ, ਫਿਰ ਉਹਨਾਂ ਨੂੰ ਵਿਦਨ 6 ਮੰਥਸ ਕਾਨੂੰਨਾਂ ਦੇ ਵਿੱਚ ਬਦਲਿਆ, ਔਰ ਕਿਵੇਂ ਅੰਬਾਨੀ, ਅਡਾਨੀ, ਪਤੰਜਲੀ, ਉਹ ਸਾਰਾ ਕਾਰਪੋਰੇਟ ਸੈਕਟਰ ਜਿਸ ਨੂੰ ਫਾਈਨਲੀ ਪੰਜਾਬ ਦੇ ਵਿੱਚ ਹੁਣ ਉਹ ਜ਼ਮੀਨਾਂ ਦੇ ਮਾਲਕ ਬਣਾਉਣ ਦੀ ਲਾਈਨ ਨਹੀਂ। ਇਹ ਕਾਨੂੰਨ ਕੀ ਨੇ? ਕਾਨੂੰਨ ਤਾਂ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ ਜੋ ਰਹਿੰਦ ਖੂੰਦ ਹੈ, ਜਿਹਦੇ ਕੋਲ ਤੁਹਾਡੇ ਕੋਲ ਥੋੜਾ ਬਹੁਤ ਇੱਕ ਤਹਫੁਜ਼ ਹੈ, ਉਹ ਵੀ ਤੁਹਾਡੇ ਤੋਂ ਖੋਣ ਦੀ ਲਾਈਨ ਹੈ। ਔਰ ਵੀਰ ਅਰਵਿੰਦਰ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਜੇ ਸਾਡੇ ਕੋਲ ਇਹ ਅਸੀਂ ਕਾਨੂੰਨ ਵਾਪਸ ਨਾ ਕਰਵਾ ਸਕੇ ਤੇ ਫਿਰ ਇਹ ਸਾਡੀ ਫਾਈਨਲ ਡੈਥ ਹੋਏਗੀ ਹਰ ਲਿਹਾਜ਼ ਦੇ ਨਾਲ ਹੀ, ਕਿਉਂਕਿ ਇਕਨੋਮੀ ਦੇ ਨਾਲ ਜਿਸ ਘਰ 'ਚ ਰੋਟੀ ਪੱਕਦੀ ਹੈ, ਬਾਕੀ ਗੱਲਾਂ ਤਾਂ ਸਾਰੀਆਂ ਬਾਅਦ ਦੇ ਵਿੱਚ ਹੀ ਆਉਂਦੀਆਂ ਨੇ। ਔਰ ਜਿਹਨੂੰ ਸਾਡੇ ਆਮ ਪੰਜਾਬੀ 'ਚ ਵੀ ਇੱਕ ਅਖਾਣ ਹੈ ਕਿ ਢਿੱਡ 'ਚ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਔਰ ਜਦੋਂ ਤੱਕ ਉਹ ਢਿੱਡ 'ਚ ਰੋਟੀਆਂ ਨਹੀਂ ਨੇ, ਕੋਈ ਗੱਲ ਤੁਸੀਂ ਬ੍ਰਹਮ ਗਿਆਨ ਕਰੋਗੇ, ਰੂਹਾਨੀ ਗਿਆਨ ਦੱਸੋ ਜਾਂ ਹਾਂ, ਉਸ ਦਾ ਕੋਈ ਮਤਲਬ ਨਹੀਂ ਰਹਿੰਦਾ। ਸੋ ਅਸੀਂ ਵੀਰ ਅਰਵਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਗੇਨ ਅਫਗਾਨਿਸਤਾਨ ਔਰ ਅਫਗਾਨਿਸਤਾਨ ਦੇ ਨਾਲ ਲੱਗਦੇ ਸੈਂਟਰਲ ਏਸ਼ੀਅਨ ਰਿਪਬਲਿਕ ਚੱਲ ਰਹੀਆਂ ਕਾਨਫਰੰਸਿਸ, 2 ਦਿਨ ਤਾਜ਼ਿਕਸਤਾਨ ਦੇ ਵਿੱਚ ਦੁਸ਼ਾਨਬੇ ਜਿਹੜੀ ਹੈ ਪਹਿਲੀ ਕਾਨਫਰੰਸ ਜਿਹੜੀ ਹੈ ਫੋਰਨ ਮਿਨਿਸਟਰਸ ਦੀ ਹੁੰਦੀ ਹੈ, ਔਰ ਉਹਦੇ 'ਚ ਮਜ਼ਾਰ ਹੈ ਕਿ ਉਹ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨਸ, ਉਹਨਾਂ ਦੇ 7-8 ਮੁਲਕ, ਅਫਗਾਨਿਸਤਾਨ ਐਜ਼ ਏ ਆਬਜ਼ਰਵਰ, ਉਹਦੇ 'ਚ ਵੀ ਜਿਹੜੀ
ਕੁਝ ਜੋ ਚੱਲ ਰਿਹਾ ਅਫਗਾਨਿਸਤਾਨ 'ਚ, ਫੋਕਸ ਤਾਂ ਅਫਗਾਨਿਸਤਾਨ ਹੀ ਹੈ। ਔਰ ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅਸੀਂ ਕੱਲ ਵੀ ਮੈਂਸ਼ਨ ਕੀਤਾ ਸੀ ਕਿ ਉਜ਼ਬੇਕਿਸਤਾਨ ਦੀ ਕੈਪੀਟਲ ਤਾਸ਼ਕੰਦ ਦੇ ਵਿੱਚ 40 ਮੁਲਕਾਂ ਦੇ ਬੇਸ਼ੱਕ ਫੋਰਨ ਮਿਨਿਸਟਰਸ ਹੀ ਕਿਹਾ ਗਿਆ ਸੀ, ਪਰ ਜਦੋਂ ਅਸੀਂ ਦੇਖਿਆ ਕਿ ਉਸ ਦੇ ਵਿੱਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਵੀ ਪਹੁੰਚੇ, ਅਸ਼ਰਫ ਗਨੀ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਵੀ, ਔਰ 40 ਨੇਸ਼ਨਸ ਦੇ ਵਿੱਚ US, UK, ਯੂਰਪੀਅਨ ਯੂਨੀਅਨ, ਈਰਾਨ, ਇਹਨਾਂ ਸਾਰਿਆਂ ਦੀ ਵੀ ਸ਼ਮੂਲੀਅਤ ਸੀ। ਔਰ ਉਸ ਦੇ ਵਿੱਚ ਹਰ ਇੱਕ ਦੀ ਪ੍ਰੈਜੈਂਟੇਸ਼ਨ, ਭਾਵੇਂ ਇਸ ਨੂੰ ਕਨੈਕਟੀਵਿਟੀ ਕਾਨਫਰੰਸ ਕਿਹਾ ਗਿਆ ਔਰ ਇਸ ਦਾ ਨਾਂ ਹੀ ਸੈਂਟਰਲ ਐਂਡ ਸਾਊਥ ਏਸ਼ੀਅਨ ਕਨੈਕਟੀਵਿਟੀ ਕਾਨਫਰੰਸ ਰੱਖਿਆ ਗਿਆ ਸੀ। ਔਰ ਇਸੇ ਲਈ ਸਾਊਥ ਏਸ਼ੀਆ ਦੇ, ਸੈਂਟਰਲ ਏਸ਼ੀਆ ਦੇ ਰਿਪਬਲਿਕ ਇਸ 'ਚ ਆਪਣੇ ਉਹਨਾਂ ਨੇ ਨੁਮਾਇੰਦਗੀ ਕੀਤੀ। ਲੇਕਿਨ ਜਿਵੇਂ ਅਸੀਂ ਲਗਾਤਾਰਤਾ ਨਾਲ ਜ਼ਿਕਰ ਕਰ ਰਹੇ ਹਾਂ ਕਿ ਇਹ ਜਿਹੜੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਚਾਈਨਾ ਦਾ, ਔਰ ਅੱਜ ਹੀ ਮੈਂ ਇੱਕ ਬੜਾ ਡੀਟੇਲਡ ਆਰਟੀਕਲ ਸਿਲਕ ਰਾਊਟ ਦੇ ਉੱਤੇ ਪੜ੍ਹ ਰਿਹਾ ਸੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਜ਼ਮਾਨਾ ਸੀ ਜਦੋਂ ਟ੍ਰੇਡ ਰਾਊਟ ਦੀ ਗੱਲ ਹੁੰਦੀ ਸੀ, ਉਹ ਈਸਟ ਚਾਈਨਾ ਤੋਂ ਸ਼ੁਰੂ ਹੋਏ ਜਾਂ ਅੱਜ ਦੇ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਤੋਂ ਲੈ ਕੇ ਯੂਰਪ ਤੱਕ, ਔਰ ਬਾਅਦ ਦੇ ਵਿੱਚ ਜਿਹਨੂੰ ਮੈਰੀਟਾਈਮ ਕਨੈਕਸ਼ਨ ਵੀ ਕਿਹਾ ਗਿਆ, ਜਿਸ ਦੇ ਵਿੱਚ ਫਿਰ ਜਿਹੜਾ ਈਵਨ ਅਫਰੀਕਾ ਔਰ ਸਾਊਥ ਅਮਰੀਕਾ ਤੱਕ ਵੀ ਜਿਹੜੀ ਪਹੁੰਚ ਬਾਅਦ ਦੇ ਵਿੱਚ ਹੁੰਦੀ ਹੈ, ਕਿਉਂਕਿ ਅਮਰੀਕਾ ਔਰ ਸਾਊਥ ਅਮਰੀਕਾ ਤਾਂ ਇਹ 15ਵੀਂ ਸਦੀ 'ਚ ਆ ਕੇ 1492 ਦੇ ਵਿੱਚ ਕੋਲੰਬਸ ਦੇ ਨਾਲ ਪਾਰਟ ਸ਼ੁਰੂ ਹੁੰਦਾ, ਲੇਕਿਨ ਉਸ ਤੋਂ ਪਹਿਲਾਂ ਵੀ ਅਫਰੀਕਾ ਔਰ ਇਜਿਪਟ ਇੱਕ ਇਸ ਕਿਸਮ ਦੀ ਹੱਬ ਸੀ ਜਿਹੜਾ ਇੱਧਰ ਏਸ਼ੀਆ ਦੇ ਨਾਲ ਵੀ ਜੋੜਦਾ ਸੀ, ਖੁਦ ਜਿਹੜਾ ਇੱਧਰ ਅਫਰੀਕਾ ਦੇ ਨਾਲ ਵੀ ਜੁੜਦਾ ਔਰ ਇੱਧਰ ਯੂਰਪ ਦੇ ਨਾਲ ਵੀ ਜੁੜਦਾ ਸੀ। ਔਰ ਇਹ ਜਿਹੜਾ ਅੱਜ ਬਹੁਤਿਆਂ ਨੂੰ ਲੱਗਦਾ ਵੀ ਦੇਖੋ ਜੀ ਚਾਈਨਾ ਇੰਨੀ ਵੱਡੀ ਇਕਨੋਮਿਕਲ ਪਾਵਰ ਔਰ ਜਿਹੜਾ 370 ਜਾਂ 380 ਬਿਲੀਅਨ ਡਾਲਰ ਇਹ ਇਕਨੋਮਿਕਲ ਕੋਰੀਡੋਰ, ਫਿਰ ਤੁਹਾਨੂੰ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਹਰ ਚੀਜ਼ ਦੀਆਂ ਜੜ੍ਹਾਂ ਉਹਦੀ ਤਹਿਜ਼ੀਬ 'ਚ ਹੁੰਦੀਆਂ ਨੇ। ਔਰ ਜਦੋਂ ਤੁਸੀਂ ਤਹਿਜ਼ੀਬ ਕਹਿੰਦੇ ਹੋ, ਤਹਿਜ਼ੀਬ ਮੀਅਰ ਇੱਕ ਖਾਣ ਪੀਣ ਦਾ ਢੰਗ ਜਾਂ ਅੰਦਾਜ਼ ਨਹੀਂ ਹੁੰਦਾ ਜਿਵੇਂ ਅੱਜ ਬਹੁਤਿਆਂ ਨੂੰ ਲੱਗੇਗਾ। ਉਸ ਦੇ ਵਿੱਚ ਤੁਹਾਡੀ ਇਨੋਵੇਸ਼ਨਸ, ਤੁਹਾਡੀ ਬੋਲੀ, ਲੈਂਗੁਏਜ, ਤੁਹਾਡਾ ਕਾਰੋਬਾਰੀ ਸਿਲਸਿਲਾ, ਤੁਹਾਡੀ ਸਿਕਿਉਰਿਟੀ, ਔਰ ਸਿਕਿਉਰਿਟੀ ਹਮੇਸ਼ਾ ਉਹਨਾਂ ਤਹਿਜ਼ੀਬਾਂ ਦੇ ਵਿੱਚ ਹੁੰਦੀ ਹੈ ਜਿੱਥੇ ਲੰਬਾ ਵਕਤ ਜਿਹੜਾ ਹੈ ਉਹ ਚੀਜ਼ਾਂ ਦੀ ਕ੍ਰੀਏਸ਼ਨ ਹੋਈ ਹੋਏ, ਇਨੋਵੇਸ਼ਨ ਹੋਈ ਹੋਏ। ਔਰ ਚਾਈਨਾ ਦੇ ਹਵਾਲੇ ਨਾਲ ਜਦੋਂ ਯੂਰਪ ਵਾਲੇ ਅਜੇ ਕੱਚਾ ਮਾਸ ਹੀ ਖਾਂਦੇ ਸੀ, ਉਹਨਾਂ ਨੂੰ ਚੱਜ ਨਾਲ ਮਸਾਲੇ ਜਾਂ ਦੂਜੇ, ਔਰ ਇਸ ਗੱਲ ਦਾ ਧਿਆਨ ਰਿਹਾ ਕਿ 15ਵੀਂ ਸਦੀ 'ਚ ਵੀ ਜਦੋਂ ਕੋਲੰਬਸ ਇੰਡੀਆ ਨੂੰ ਲੱਭਣ ਤੁਰਿਆ ਤੇ ਬੇਸ਼ੱਕ ਆ ਕੇ ਐਕਸੀਡੈਂਟ ਤੇ ਉਹਨੇ ਅਮਰੀਕਾ ਨੂੰ ਹਿੱਟ ਕੀਤਾ ਜਾਂ ਅਮਰੀਕਾ ਨੂੰ ਲੱਭਿਆ, ਪਰ ਉਹ ਭੇਜਿਆ ਤਾਂ ਸਪੇਨ ਦੀ ਰਾਣੀ ਦੀ ਐਕਸਪੀਡੀਸ਼ਨ ਸੀ ਕਿ ਸਪਾਈਸਿਸ, ਹੁਣ ਸਪਾਈਸਿਸ ਹੁੰਦੇ ਹੀ ਉਸ ਧਰਤੀ ਤੇ ਨੇ। ਔਰ ਇਹੀ ਗੱਲ ਜਦੋਂ ਅਸੀਂ ਦੇਖਦੇ ਹਾਂ, ਜੇ ਅਸੀਂ ਕੁਕਿੰਗ ਦਾ ਅੰਦਾਜ਼ ਭਾਵੇਂ ਅੱਜ ਬੋਇਲਡ ਔਰ ਦੂਸਰਿਆਂ ਦੇ ਥੱਲੇ ਕਿ ਜੀ ਨਹੀਂ ਹੈ, ਕਿ ਜਿਹੜੇ ਪਿਆਜ਼ ਨੇ ਕਿਵੇਂ 골ਡਨ ਰੰਗ ਦੇ ਕਰਨੇ ਨੇ, ਪੀਲੇ ਕਰਨੇ ਨੇ, ਕਿਵੇਂ ਤੜਕਾ ਲਾਣਾ ਹੈ, ਕਿਵੇਂ ਜਿਹੜਾ ਉਹਦੇ 'ਚ ਮਸਾਲਾ ਪਾਣਾ, ਕਿਵੇਂ ਕੀ ਹੋਣਾ। ਸੋ ਇਹ ਯੂਰਪ ਔਰ ਇਸ ਤੋਂ ਤਾਂ ਸਾਰੇ ਬੇਖਬਰ ਸੀ। ਔਰ ਜਿਹੜੇ ਮਸਾਲੇ ਈਸਟ 'ਚੋਂ ਚਾਈਨਾ ਹੋਏ, ਜਿਹੜਾ ਸਬ ਕੰਟੀਨੈਂਟ ਦਾ ਦੂਸਰਾ ਹਿੱਸਾ ਹੋਏ ਨਿਕਲਦੇ ਸੀ, ਉਹ ਬਾਈ ਰੋਡ, ਇਹੀ ਰਾਊਟ ਜਿਹਨੂੰ ਅਸੀਂ ਸਿਲਕ ਰਾਊਟ ਕਹਿੰਦੇ ਹਾਂ, ਯੂਰਪ ਤੱਕ ਪਹੁੰਚਦੇ ਸੀ, ਲੇਕਿਨ ਬਹੁਤ ਮਹਿੰਗੇ। ਔਰ ਸਪੇਨ ਦੀ ਰਾਣੀ ਨੇ ਦੇਖਿਆ ਵੀ ਕਿਉਂ ਨਾ ਸਮੁੰਦਰ ਰਾਹੀਂ ਰਸਤਾ ਲੱਭਿਆ ਜਾਏ, ਤੇ ਔਰ ਇਹੀ ਪੀਰੀਅਡ ਸੀ ਕਿ ਇੱਧਰ ਆ ਕੇ ਕੋਲੰਬਸ ਅਮਰੀਕਾ ਨੂੰ ਹਿੱਟ ਕਰਦਾ, ਵਾਸਕੋ ਡੀ ਗਾਮਾ ਜਾ ਕੇ ਕੋਚੀਨ ਔਰ ਬਾਅਦ ਦੇ ਵਿੱਚ ਗੋਆ, ਉਹ ਵੀ 15ਵੀਂ ਸਦੀ ਦਾ ਪੀਰੀਅਡ ਹੈ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਪਰ ਉਸੇ ਹੀ ਲਾਈਨ ਦੇ ਉੱਤੇ ਚਾਈਨਾ ਲਈ 2-3 ਸਦੀਆਂ ਬਹੁਤ ਜ਼ਲਾਲਤ ਵਾਲੀਆਂ ਸੀ, ਗੁਲਾਮੀ ਵਾਲੀਆਂ ਸੀ। 2 ਸਦੀਆਂ ਖਾਸ ਕਰ 19ਵੀਂ ਸਦੀ, 20ਵੀਂ ਸਦੀ ਹੱਦ ਤੱਕ 18ਵੀਂ ਸਦੀ ਤੋਂ ਹੀ ਉਹਨਾਂ ਦਾ ਜਵਾਲ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਲੇਕਿਨ ਉਹਨਾਂ ਦੇ ਪਿੱਛੇ ਪਿੱਠਦੇ ਜਿਹੜੀ ਹੈ 5000 ਸਾਲ ਦੀ ਸਿਵਲਾਈਜੇਸ਼ਨ ਸੀ। ਸਿਲਕ ਰੋਡ ਵੀ ਜਿਹੜਾ ਹੈ ਉਹ ਆਲਮੋਸਟ 1 ਸੈਂਚਰੀ BC ਸ਼ੁਰੂ ਹੁੰਦਾ ਹੈ, 4-5 ਸਦੀਆਂ ਰਹਿੰਦਾ। ਔਰ ਇਹ ਜਿਹੜਾ ਅੱਜ ਵੀ ਅਸੀਂ ਬਹੁਤ ਸਾਰਾ ਦੇਖ ਰਹੇ ਹਾਂ ਉਹਨਾਂ ਰਾਊਟਸ ਦੇ ਉੱਤੇ। ਔਰ ਇੱਕ ਵੱਖਰੀ ਕਹਾਣੀ ਹੈ ਕਿ ਇਨ ਬਿਟਵੀਨ ਕੀ ਹੁੰਦਾ ਰਿਹਾ ਜਾਂ ਕੀ ਨਹੀਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਜਿਸ ਨੇ ਆਪਣੀ ਉਹ ਗਲੋਰੀ ਗਵਾਈ, ਔਰ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿ ਪ੍ਰਿੰਟਿੰਗ ਪੇਪਰ ਚੀਨ ਦੇ ਵਿੱਚ, ਜਿਹੜਾ ਪ੍ਰਿੰਟਿੰਗ ਪ੍ਰੈਸ, ਪੇਪਰ, ਰਾਕਟ, ਬਾਰੂਦ, ਮੈਰਿਨ, ਜਿਹੜਾ ਕੰਪੈਸ,
ਇਹ ਸਾਰੀਆਂ ਚੀਨ ਦੀਆਂ ਕਾਢਾਂ ਨੇ। ਔਰ ਉਹਨਾਂ ਦੀ ਜੇ ਲੈਂਗੁਏਜ ਦੇ ਲਿਹਾਜ਼ ਨਾਲ ਵੀ ਦੇਖਣਾ ਹੋਏ, ਬੇਸ਼ੱਕ ਉਹਨਾਂ ਦੇ ਮੈਂਡਰਿਨ ਜਾਂ ਦੂਸਰੇ ਡਾਇਲੈਕਟ ਨੇ, ਲੇਕਿਨ ਉਹਨਾਂ ਦੇ ਹਰ ਲਫ਼ਜ਼ ਦੇ ਲਈ ਜਿਹੜਾ ਇਮੇਜ ਹੈ ਔਰ ਕਿੰਨੇ ਇਮੇਜ ਉਹਨਾਂ ਨੇ ਕ੍ਰੀਏਟ ਕੀਤੇ, ਕਿੰਨੇ ਯਾਦ ਰੱਖਦੇ ਨੇ, ਕਿਵੇਂ ਕਮਿਊਨੀਕੇਟ ਕਰਦੇ ਨੇ। ਔਰ ਇਹ ਸਾਰਾ ਹੀ ਸੀ ਕਿ ਜਦੋਂ 100 ਸਾਲ ਪਹਿਲਾਂ ਕਮਿਊਨਿਸਟ ਪਾਰਟੀ ਹੋਣ ਚਾਹੁੰਦੀ ਹੈ, ਔਰ ਜ਼ਾਹਰ ਹੈ ਹੁਣੇ ਹੀ ਚਾਈਨਾ ਆਪਣੀ ਗਲੋਰੀ ਦੇ ਉਹਨਾਂ 100 ਸਾਲਾਂ ਨੂੰ ਵੀ ਮਨਾ ਕੇ ਹਟਿਆ ਕਿ ਉਹਨਾਂ ਨੇ ਹਰ ਫੀਲਡ ਦੇ ਵਿੱਚ ਜਿਹੜਾ ਹੈ ਉਹ ਪ੍ਰੋਗਰੈਸ ਕੀਤੀ ਹੈ। ਪ੍ਰੋਗਰੈਸ ਹੀ ਨਹੀਂ, ਦੁਨੀਆ ਦੀ ਦੂਸਰੀ ਵੱਡੀ ਇਕਨੋਮੀ, ਔਰ ਉਹ ਦੇਖ ਰਹੇ ਨੇ ਕਿ ਫਿਊਚਰ 'ਚ ਅਸੀਂ ਕਿਵੇਂ ਅਹੈਡ ਆਫ ਐਵਰੀਬਡੀ। ਔਰ ਇਹ ਜਦੋਂ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ ਤਾਂ ਜ਼ਾਹਰ ਹੈ ਕਿ ਮਿਡਲ ਕਿੰਗਡਮ ਦਾ ਮਤਲਬ ਹੀ ਬਿਟਵੀਨ ਦਾ ਹੈਵਨ ਐਂਡ ਦਾ ਅਰਥ ਇਹ ਹੈ। ਔਰ ਉਹਨਾਂ ਨੇ ਕਿਵੇਂ ਜਦੋਂ ਸਿਲਕ ਰਾਊਟ ਦੀ ਵੀ ਸ਼ੁਰੂਆਤ ਹੁੰਦੀ ਹੈ ਚੀਨ ਦੇ ਵਿੱਚ ਇੱਕ ਮਿਨਰਲ ਦੀ ਕਮੀ ਕਰਕੇ, ਜਿਹਦੇ 'ਚ ਕਿ ਘੋੜੇ ਜਿਹੜੇ ਨੇ ਉਹਨਾਂ ਦੇ ਮਸਲਸ ਬੜੇ ਪੱਠੇ ਬੜੇ ਵੀਕ ਹੁੰਦੇ ਸੀ, ਔਰ ਉਹਨਾਂ ਨੇ ਜਦੋਂ ਸੈਂਟਰਲ ਏਸ਼ੀਆ ਦੇ ਘੋੜੇ ਜਾਂ ਦੂਜੇ ਦੇਖੇ ਤੇ ਉਹਨਾਂ ਨੇ ਉਹਨਾਂ ਨੂੰ ਹੈਵਨਲੀ ਹਾਰਸਿਸ ਕਿਹਾ ਕਿ ਵੀ ਇੰਨੇ ਮਜ਼ਬੂਤ। ਔਰ ਉਹਨਾਂ ਨੇ ਦੇਖਿਆ ਕਿ ਵੀ ਜਦੋਂ ਤੱਕ ਅਸੀਂ ਇਸ ਖਿੱਤੇ 'ਚ ਆਪਣਾ ਆਧਾਰ ਨਹੀਂ ਬਣਾਉਂਦੇ ਔਰ ਬਾਅਦ 'ਚ ਉਸ ਕਿਸਮ ਦੇ ਘੋੜੇ ਉੱਥੋਂ ਲਿਆਏ, ਔਰ ਇਵੇਂ ਹੀ ਸਿਲਕ ਜਿਹੜਾ ਉਹਨਾਂ ਨੇ ਹੀ ਪ੍ਰੋਡਿਊਸ, ਭਾਵੇਂ ਦੁਨੀਆ 'ਚ ਬਾਅਦ ਦੇ ਵਿੱਚ ਹੋਰ ਵੀ ਕੰਪੀਟੀਸ਼ਨ 'ਚ ਆਇਆ, ਲੇਕਿਨ ਜਿਹੜਾ ਰੇਸ਼ਮ ਔਰ ਸਿਲਕ ਇਹੀ ਨਹੀਂ ਕਿ ਇਕੱਲਾ ਪਹਿਨਣ ਲਈ ਸੀ। ਅਸੀਂ ਤਾਂ ਜਦੋਂ ਰੇਸ਼ਮੀ ਸਲਵਾਰ ਤੇ ਰੇਸ਼ਮੀ ਕੁੜਤੇ ਦੀ ਗੱਲ ਹੀ ਸਾਨੂੰ ਆਉਂਦੀ ਹੈ। ਸਿਲਕ ਹੱਬ ਸੀ ਉਹਨਾਂ ਦੀ ਟ੍ਰੇਡ ਲਈ ਵੀ, ਬਾਰਟਰਿੰਗ ਵੀ। ਉਹਨਾਂ ਦੀ ਫੌਜ ਜਾਂ ਦੂਜਿਆਂ ਨੂੰ ਤਨਖਾਹਾਂ ਵੀ ਸਿਲਕ ਦੇ ਵਿੱਚ ਹੀ ਦਿੱਤੀਆਂ ਜਾਂਦੀਆਂ ਸੀ, ਉਹਦੇ ਨਾਲ ਹੀ ਸਾਰਾ ਸੌਦਾ ਹੁੰਦਾ ਸੀ। ਹੁਣ ਉਹੀ ਜਿਹੜਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ, ਉਹ ਜਿੱਥੇ ਉਹਨਾਂ ਦੀ ਸਟਰੈਂਥ ਹੈ, ਉਹ ਚੀਨ ਦੀ ਜਾਨ ਦਾ ਵੀ ਖਾਊ ਬਣ ਗਿਆ। ਕਿਉਂਕਿ ਇਹ ਜੋ ਵੀ ਅਸੀਂ ਦੇਖ ਰਹੇ ਹਾਂ ਸੈਂਟਰਲ ਐਂਡ ਸਾਊਥ ਏਸ਼ੀਅਨ ਕਨੈਕਟੀਵਿਟੀ ਕਾਨਫਰੰਸ, ਕਹਿਣ ਨੂੰ ਅਫਗਾਨਿਸਤਾਨ ਇਸ ਲਈ ਡਿਸਕਸ ਹੋ ਰਿਹਾ ਵੀ ਤੁਸੀਂ ਖੱਬਿਓਂ ਜਾਓ ਸੱਜਿਓਂ ਜਾਓ, ਅਫਗਾਨਿਸਤਾਨ ਤਾਂ ਵਿੱਚ ਆਉਣਾ ਹੀ ਹੋਣਾ, ਕਿਉਂਕਿ ਰਸਤਾ ਵੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਵੀ ਹੈ। ਔਰ ਅਦਰਵਾਈਜ਼ ਵੀ ਜੇ ਪੀਸ ਕੱਲੀ ਉਸ ਖਿੱਤੇ 'ਚ ਨਹੀਂ, ਸਾਊਥ ਏਸ਼ੀਆ ਦੇ ਸੈਂਟਰਲ ਏਸ਼ੀਆ, ਰਸ਼ੀਆ ਤੱਕ, ਈਰਾਨ, ਇਹ ਸਾਰੇ ਵਰਿਡ ਨੇ ਕਿ ਇਸ ਸਾਰੇ 'ਚ ਕੀ ਹੋਏਗਾ। ਹੁਣ ਇਹਨਾਂ ਦੇ ਵਿੱਚ ਹਰ ਇੱਕ ਦੀ ਜਿਹੜੀ ਹੈ ਉਹ ਦਿਲਚਸਪੀ ਵੀ ਸੀ, ਧਿਆਨ ਵੀ ਲੱਗਾ ਹੋਇਆ ਸੀ ਕਿ ਇਸ ਕਾਨਫਰੰਸ 'ਚੋਂ ਕੀ ਨਿਕਲੇਗਾ। ਹਾਲਾਂਕਿ ਸਾਨੂੰ ਅੰਦਾਜ਼ਾ ਸੀ ਕਿ ਜਿਹੜਾ ਅਸ਼ਰਫ ਗਨੀ ਉੱਥੇ ਗਿਆ, ਉਹ ਆਲਰੇਡੀ ਵੀ ਉਹ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਪਾਕਿਸਤਾਨ ਦੇ ਖਿਲਾਫ ਔਰ ਦੂਸਰੀਆਂ ਕਰ ਚੁੱਕਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਜਵਾਬ ਵੀ ਦਿੱਤਾ ਹੈ ਔਰ ਇਮਰਾਨ ਖਾਨ ਖੁਦ ਕਾਬਲ ਵੀ ਗਏ ਔਰ ਉਹਨਾਂ ਨੇ ਮੁਲਾਕਾਤ ਕਰਕੇ, ਔਰ ਉਹ ਚਾਹੁੰਦੇ ਨੇ ਕਿ ਭਾਈ ਇਹਨੂੰ ਕੀਤਾ ਜਾਏ। ਪਰ ਗੱਲ ਇਹ ਹੈ ਕਿ ਦੋ ਗੱਲਾਂ ਹੁੰਦੀਆਂ ਨੇ, ਜਿਵੇਂ ਮੈਂ ਸਰ ਕਪੂਰ ਸਿੰਘ ਉਹਨਾਂ ਨੂੰ ਕੋਟ ਕਰਦਾ ਹੁੰਦਾ, ਇੱਕ ਹੁੰਦਾ ਹੈ ਕਿ ਵੀ ਉਹਨਾਂ ਨੇ ਇੱਕ ਥਾਂ ਕਿਹਾ ਕਿ ਇਫ ਸਮਬਡੀਜ਼ ਪੇ ਡਿਪੈਂਡਸ ਔਨ ਨਾਟ ਅੰਡਰਸਟੈਂਡਿੰਗ ਸਮਥਿੰਗ ਯੂ ਕਾਂਟ ਮੇਕ ਹਿਮ ਅੰਡਰਸਟੈਂਡ, ਕਿ ਜੇ ਕਿਸੇ ਦੀ ਤਨਖਾਹ ਹੀ ਇਸ ਗੱਲ ਦੇ ਉੱਤੇ ਹੈ ਕਿ ਉਹਨੇ ਕਿਸੇ ਗੱਲ ਨੂੰ ਸਮਝਣਾ ਨਹੀਂ ਹੈ ਤੇ ਤੁਸੀਂ ਉਹਨੂੰ ਸਮਝਾਉਣ ਦੀ ਕਿਹੜੀ ਕੋਸ਼ਿਸ਼ ਕਰੋਗੇ ਜਾਂ ਕਿਵੇਂ ਸਮਝਾ ਲੋਗੇ। ਤੇ ਜੇ ਕਿਸੇ ਦੀ ਤਨਖਾਹ ਹੀ ਬੋਲਣ ਤੇ ਰੱਖੀ ਹੈ ਕਿ ਭਾਈ ਤੂੰ ਉੱਥੇ ਬੋਲਣਾ ਤਾਂ ਇੰਨੇ ਦਾ ਫਿਰ ਚੈੱਕ ਲੈ ਜਾਈਂ, ਉਹ ਬੋਲਣ ਤੋਂ ਰਹੇਗਾ ਨਹੀਂ। ਕਿਉਂਕਿ ਇਹ ਸਾਰੀ ਜਿਹੜੀ ਖੇਡ ਹੈ, ਔਰ ਜੇ ਸਾਰੇ 'ਚ ਅਫਗਾਨਿਸਤਾਨ 'ਚ ਹਾਲਾਂ ਜਿਵੇਂ ਅਸੀਂ ਰੋਜ਼ ਜ਼ਿਕਰ ਕਰਦੇ ਹਾਂ, ਸਾਰੇ ਫਿਕਰਮੰਦ ਨੇ, ਇਫੈਕਟ ਪਾਕਿਸਤਾਨ ਨੂੰ ਵੀ ਹੋਏਗਾ, ਦਹਿਸ਼ਤਗਰਦੀ ਨੂੰ ਵੀ ਇਹ ਜਿਹੜਾ ਕਿਤੇ ਨਾ ਕਿਤੇ, ਔਰ ਆਉਣ ਵਾਲੇ ਦਿਨਾਂ 'ਚ ਮੈਨੂੰ ਨਜ਼ਰ ਆ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਦਹਿਸ਼ਤਗਰਦੀ ਦੇ ਐਕਟ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਔਰ ਜਿਹੜੇ ਦੂਸਰੇ ਉਹਨਾਂ ਦੇ ਸਾਥੀ ਸਹਿਯੋਗੀ ਨੇ ਉਹ ਕਰਨਗੇ, ਕਿਉਂਕਿ ਇਹ ਉਹਨਾਂ ਨੂੰ ਸੂਟ ਕਰਦਾ ਹੈ। ਔਰ ਅਫਗਾਨਿਸਤਾਨ 'ਚ ਕੱਲੀ ਇਹ ਨਹੀਂ ਵੀ ਇੰਡੀਆ ਦੀ $3 ਬਿਲੀਅਨ ਦੀ ਇਨਵੈਸਟਮੈਂਟ ਜਿਵੇਂ ਕੌਂਸੂਲੇਟ ਜਾਂ ਦੂਜੇ ਰਾਖੀ, ਕਿਉਂਕਿ ਅਫਗਾਨਿਸਤਾਨ ਨੂੰ ਉਹ ਐਜ਼ ਏ ਹੱਬ ਯੂਜ਼ ਕਰ ਰਹੇ ਸੀ ਪਾਕਿਸਤਾਨ ਨੂੰ ਡੀਸਟੇਬਲ ਕਰਨ ਦੇ ਲਈ। ਉਹ ਖੇਡ ਚੱਲੀ ਨਹੀਂ ਹੈ। ਔਰ ਹਾਲਾਂ ਅਸੀਂ ਕੱਲ ਇਹ ਜ਼ਿਕਰ ਕੀਤਾ ਸੀ ਕਿ ਈਵਨ ਜਿਹੜੇ ਤਾਲਿਬਾਨ ਵੀ ਇਹ ਸ਼ੁਤਰ ਬੇਮੁਹਾਰ ਵੀ ਨੇ ਕਿਸੇ ਹੱਦ ਤੱਕ, ਪਾਕਿਸਤਾਨ ਦੇ ਆਪਣੇ ਫਿਕਰ ਵੀ ਨੇ ਕਿ ਇਨ ਦਾ ਐਂਡ ਆਫ ਦਾ ਡੇ ਉਹ ਇਸ਼ੂ ਡਿਊਰੈਂਟ ਲਾਈਨ ਦਾ ਹੋਏ। ਕਿਉਂਕਿ ਮੈਂ ਇੰਡੀਅਨ ਟਾਕ ਸ਼ੋਜ਼ ਦੇਖ ਰਿਹਾ, ਸ਼ੇਖਰ ਗੁਪਤਾ ਵਰਗਾ ਇੱਕ ਫਿਰਕੂ ਜਿਹੜਾ ਕੱਟ ਦਾ ਕਲਟਰ ਕਰਦਾ, ਫਿਰਕੂ ਹਿੰਦੂ ਪੱਕਾ, ਉਹ ਸਾਰੇ ਹੀ ਜਿਹੜੇ ਨੇ ਉਹਨਾਂ ਇਸ਼ੂਜ਼ ਨੂੰ ਖੋਲ ਰਹੇ ਨੇ, ਡਿਊਰੈਂਟ ਲਾਈਨ ਨੂੰ ਵੀ ਔਰ ਦੂਸਰੇ ਇਸ਼ੂ ਨੂੰ ਵੀ, ਔਰ ਪਖਤੂਨ ਕਬੀਲੇ ਇੱਧਰ ਵੀ ਉੱਧਰ ਵੀ। ਔਰ ਇਸੇ ਤਰ੍ਹਾਂ ਮਤਲਬ ਜੇ ਹੁਣ ਤੁਸੀਂ ਜਰਨਲਿਜ਼ਮ ਕਰ ਰਹੇ ਹੋ ਤੇ ਆਪਣੇ ਆਪ ਨੂੰ ਕਹਿੰਦੇ ਤੁਸੀਂ ਇੰਟਰਨੈਸ਼ਨਲ ਜਰਨਲਿਸਟ ਹੋ, ਪਰ ਪਾਕਿਸਤਾਨੀ ਕਸ਼ਮੀਰ ਦੀ ਗੱਲ ਕਰਦੇ ਆ, ਤੁਸੀਂ ਉਹਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਹੋ ਤੇ ਇੱਧਰ ਕਹਿੰਦੇ ਹੋ ਹਮਾਰਾ ਕਸ਼ਮੀਰ। ਗਿਲਗਿਤ ਬਾਲਸਤਾਨ ਨੂੰ ਵੀ ਤੁਸੀਂ ਕਹਿੰਦੇ ਹੋ ਜੀ ਚਾਈਨਾ ਜਿਹੜਾ
ਉਹ ਇਨਫ੍ਰਿੰਜ ਅਪਨ ਕਰ ਰਿਹਾ ਸੋਵਰਨਿਟੀ ਦੇ ਭਾਰਤ ਦੀ, ਕਿਉਂਕਿ ਭਾਰਤ ਦੀ ਟੈਰੀਟਰੀ ਹੈ। ਫਿਰ ਕਿਸ ਕਿਸਮ ਦਾ ਜਰਨਲਿਜ਼ਮ ਤੁਸੀਂ ਕਰ ਰਹੇ ਹੋ? ਪਰ ਇਹਦੇ ਬਾਵਜੂਦ ਇਹ ਗੱਲ ਦੇਖਣ ਵਾਲੀ ਹੈ ਕਿ ਕਿਵੇਂ ਜਿਹੜਾ ਫਰਸਟ੍ਰੇਟਡ ਇੰਡੀਆ ਹੈ ਉਹਨਾਂ ਦੇ ਜਰਨਲਿਸਟ ਜਾਂ ਦੂਜੇ ਉਹ ਕੀ ਖੇਡ ਰਹੇ ਨੇ। ਪਰ ਪਾਕਿਸਤਾਨ ਨੂੰ ਇੰਟਰਨੈਸ਼ਨਲ ਫੋਰਮ ਤੇ ਜਾਂ ਇਹਨਾਂ 40 ਦੇਸ਼ਾਂ ਦੇ ਨੁਮਾਇੰਦਿਆਂ ਦੇ ਇਕੱਠ 'ਚ ਜਿਵੇਂ ਅਸ਼ਰਫ ਗਨੀ ਨੇ ਐਮਬੈਰਸ, ਹਿਊਮਿਲੇਟ, ਬੇਇੱਜ਼ਤ ਕੋਈ ਵੀ ਲਫ਼ਜ਼ ਉਹ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਸਮਝਦਾ ਹਾਲਾਂਕਿ ਮੈਂ ਪਾਕਿਸਤਾਨ ਦੇ ਇੱਕ ਦੋ ਐਂਕਰਸ ਨੂੰ ਦੇਖ ਰਿਹਾ ਸੀ ਜਾਂ ਉਹਨਾਂ ਦੇ ਜਿਹੜੇ ਗੱਲਬਾਤ ਕਰਨ ਵਾਲੇ ਨੇ ਐਕਸਪਰਟਸ, ਉਹਨਾਂ ਨੇ ਇਹ ਰਾਏ ਦਿੱਤੀ ਕਿ ਨਹੀਂ, ਜਦੋਂ ਉਹਨੇ ਅਸ਼ਰਫ ਗਨੀ ਨੇ ਇਹੋ ਜਿਹੇ ਚਾਰਜ ਲਾਏ, ਅਸੀਂ ਗੱਲ ਕਰਾਂਗੇ ਕਿ ਕੀ ਕਿਹਾ ਉਹਨੇ, ਤੇ ਇਮਰਾਨ ਖਾਨ ਸਾਹਿਬ ਨੂੰ ਜਿਹੜਾ ਉਹ ਵਾਕਆਊਟ ਕਰ ਜਾਣਾ ਚਾਹੀਦਾ ਸੀ ਔਰ ਅਦਰ ਵੇ ਅਰਾਊਂਡ। ਔਰ ਬਾਅਦ ਚ ਵੀ ਉਹਨਾਂ ਨੇ ਉਸ ਸਾਰੇ ਜਿਹੜਾ ਸਪੈਟ ਜਾਂ ਨੋਕ ਝੋਕ ਹੋਈ ਉਸ ਤੋਂ ਬਾਅਦ ਵੀ 1-to-1 ਮੀਟਿੰਗ ਕੀਤੀ ਅਸ਼ਰਫ ਗਨੀ ਨਾਲ, ਜਿਹਦੇ ਚ ISI ਚੀਫ ਔਰ ਇੱਕ ਆਰਮੀ ਦੇ ਆਲਾ ਆਫਿਸਰ ਜਿਹੜੇ ਨੇ ਪਾਕਿਸਤਾਨ ਦੇ ਉਹ ਸ਼ਾਮਲ ਹੋਏ। ਪਰ ਮੈਂ ਉਸ ਸਾਰੇ ਨੂੰ ਜਿਹੜਾ PAP ਪਾਕਿਸਤਾਨ ਐਸੋਸੀਏਟਡ ਪ੍ਰੈਸ, ਮੈਂ ਉਹਨਾਂ ਦੀ ਜਿਹੜੀ ਹੈ ਇਮਰਾਨ ਖਾਨ ਸਾਹਿਬ ਦਾ ਰਿਸਪੌਂਸ ਵੀ ਦੇਖਿਆ, ਅਸ਼ਰਫ ਗਨੀ ਦਾ ਜ਼ਹਿਰ ਵੀ ਦੇਖਿਆ। ਤਾਂ ਮੈਂ ਇਹ ਸਮਝਦਾ ਹਾਂ ਵੀ ਉਸ ਮੌਕੇ ਦੇ ਉੱਤੇ ਵੀ ਇਮਰਾਨ ਖਾਨ ਸਾਹਿਬ ਨੇ ਇੱਕ ਸਟੇਟਸਮੈਨ ਲਾਈਕ ਜਿਹੜਾ ਹੈ ਉਹ ਬਿਹੇਵ ਕੀਤਾ ਔਰ ਉਹਨਾਂ ਨੇ ਬੜਾ, ਔਰ ਇਹ ਔਖਾ ਹੁੰਦਾ ਹੈ ਕਿ ਵੀ ਇੱਕ ਪਾਸੇ ਤੁਸੀਂ ਸਫ਼ਰ ਕਰ ਰਹੇ ਹੋ, 70,000 ਤੋਂ ਜ਼ਿਆਦਾ ਪਾਕਿਸਤਾਨੀ ਇਹਨਾਂ ਸਾਰੇ 15 ਸਾਲਾਂ ਦੇ ਵਿੱਚ ਮਾਰੇ ਗਏ ਨੇ, 150 ਬਿਲੀਅਨ ਕਿ ਕਿੰਨੀ ਫਿਗਰ ਉਹ ਦਿੰਦੇ ਨੇ ਇਕਨੋਮਿਕਲ ਲਾਸ ਹੋਇਆ, ਦਹਿਸ਼ਤਗਰਦੀ ਬਰੂਆਂ ਟੱਪ ਕੇ ਮੇਨ ਸਟ੍ਰੀਮ ਮੁਲਕ ਦੇ ਵਿੱਚ ਆਂਦੀ ਹੈ। ਔਰ ਜਿਹੜਾ ਆਪ ਨਲਾਇਕ ਬੰਦਾ ਜਿਹੜਾ ਕਿੰਨੇ ਟ੍ਰਿਲੀਅਨ ਡਾਲਰ ਅਮਰੀਕਾ ਜਾਂ ਦੂਜਾ ਉੱਥੇ ਕੌਣ ਖਾਂਦੇ ਰਹੇ ਨੇ, ਇਹੀ ਬੈਠੇ ਨੇ। ਪਹਿਲਾਂ ਹਾਮਿਦ ਕਰਜ਼ਾਈ ਸੀ, ਹੁਣ ਅਸ਼ਰਫ ਗਨੀ ਹੈ, ਜਦ ਉਧਰੋਂ ਵੀ ਖਾ ਰਹੇ ਨੇ। ਡਰੱਗਸ ਜਿਸ ਲੈਵਲ ਦੇ ਉੱਤੇ ਉੱਥੇ ਪ੍ਰੋਡਿਊਸ ਹੋ ਰਹੀਆਂ, ਇੰਟਰਨੈਸ਼ਨਲ ਮਾਫੀਆ ਵੀ ਹੈ, ਉੱਥੋਂ ਵੀ ਖਾ ਰਹੇ ਨੇ। ਆਪਣੇ ਭਰਾ ਰਿਸ਼ਤੇਦਾਰ ਜਿਹੜੇ ਨੇ ਵਾਰਲੌਰਡ ਦੂਜੇ ਬਣੇ ਹੋਏ ਨੇ ਵੀ ਆਪ ਤੁਹਾਡੇ ਕੋਲ ਜਿਹੜਾ ਉਹ ਤੁਸੀਂ ਥੁੱਕਣ ਬਾਹਰ ਨਹੀਂ ਨਿਕਲਦੇ ਘਰ ਤੋਂ ਕਿ ਬਾਹਰੋਂ ਕਿਤੇ ਗੋਲੀ ਨਾ ਆ ਜਾਏ, ਤੇ ਤੁਸੀਂ ਬਲੇਮ ਗੇਮ ਦੇ ਵਿੱਚ, ਕਿਉਂਕਿ ਟੋਟਲ ਫੇਲਿਅਰ ਜਿਸ ਕਿਸਮ ਦਾ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਵੀ ਕਿਵੇਂ ਸਾਰੇ ਹੀ ਮੁਲਕਾਂ ਦੇ ਨਾਲ ਲੱਗਦੀਆਂ ਜਿਹੜੀਆਂ ਹੱਦਾਂ ਨੇ 6-7 ਮੁਲਕਾਂ ਨਾਲ ਅਫਗਾਨਿਸਤਾਨ, ਉਹਦੇ ਤੇ ਉਹ ਆ ਕੇ ਬੈਠ ਗਏ ਤਾਲਿਬਾਨ। ਹੁਣ ਆਪਣੀ ਫੇਲਿਅਰ ਨੂੰ ਜਸਟੀਫਾਈ ਕਰਨ ਲਈ ਅਸ਼ਰਫ ਗਨੀ ਨੇ ਜਿਸ ਕਿਸਮ ਦੀ ਇਲਜ਼ਾਮਬਾਜ਼ੀ ਕੀਤੀ, ਇੱਕ ਉਹਨੇ ਕਿਹਾ ਕਿ ਜੀ 10,000 ਜਿਹਾਦੀ ਫਾਈਟਰ ਜਿਹੜੇ ਨੇ ਉਹ ਪਿਛਲੇ ਮਹੀਨੇ 'ਚ ਪਾਕਿਸਤਾਨ ਤੋਂ ਕ੍ਰਾਸ ਕਰਕੇ ਅਫਗਾਨਿਸਤਾਨ ਗਏ ਨੇ। ਹੁਣ ਇਹ ਆਪਣੇ ਵੱਲੋਂ ਜਵਾਬ ਦੇ ਰਿਹਾ, ਜਿਹੜਾ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਪਹਿਲਾਂ ਕਿਹਾ ਸੀ ਕਿ 5,000 ਦੇ ਕਰੀਬ ਜਿਹੜੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹਦਾ ਨਾਂ ਰੱਖਿਆ ਹੋਇਆ, ਜਿਹੜੇ ਕਿ ਇੰਡੀਅਨ ਏਜੰਸੀਆਂ ਦੀ ਕ੍ਰੀਏਸ਼ਨ ਹੈ, ਉਹ ਬੈਠੇ ਨੇ ਅਫਗਾਨਿਸਤਾਨ 'ਚ ਪਾਕਿਸਤਾਨ 'ਚ ਵੜਨ ਦੇ ਲਈ। ਉਹ ਜ਼ਿਆਦਾ ਜਿਹੜੀ ਹੈ ਰੈਲੇਵੈਂਟ ਜਾਂ ਜ਼ਿਆਦਾ ਕ੍ਰੈਡੀਬਲ ਰਿਪੋਰਟ ਹੈ। ਹੁਣ ਇਹ ਇਲਜ਼ਾਮ ਉਹਦੇ ਚਲਾ ਰਿਹਾ 40 ਦੇਸ਼ਾਂ ਦੀ ਉਸ ਸੈਂਟਰਲ ਐਂਡ ਸਾਊਥ ਏਸ਼ੀਅਨ ਕਨੈਕਟੀਵਿਟੀ ਕਾਨਫਰੰਸ। ਫਿਰ ਜਿਹੜਾ ਉਹਨੇ ਇਹ ਕਿਹਾ ਕਿ ਵੀ ਪਾਕਿਸਤਾਨ ਜਿਹੜਾ ਉਹ ਸੀਰੀਅਸ ਨਹੀਂ ਹੈ ਪੀਸ ਟਾਕਸ ਦੇ ਲਈ, ਔਰ contrary to repeated assurances by Prime Minister Khan and his general, Pakistan doesn't find a Taliban takeover in Afghanistan in Pakistan's interest and short of use of force will use its power and influence to make Taliban negotiate seriously. Networks and organizations supporting the Taliban are openly celebrating the destruction of the assets and capabilities of Afghan people. ਉਹ ਕਹਿ ਰਿਹਾ ਜੀ ਇਹ ਪਾਕਿਸਤਾਨ ਕਹਿੰਦਾ ਸਾਡਾ ਹੈ ਨਹੀਂ, ਇਹ ਤਾਂ ਦੇਖੋ ਡਿਸਟਰੋਏ ਕਰ ਰਹੇ ਨੇ। ਸੈਲੀਬ੍ਰੇਟ ਕਿਹਨੇ ਸੈਲੀਬ੍ਰੇਟ ਕੀਤਾ ਭਾਈ? ਪੱਲੇ ਤੁਹਾਡੇ ਕੁਛ ਨਹੀਂ ਹੈ। ਡਿਫੈਂਡ ਤੁਸੀਂ ਆਪਣੀ ਮੁਲਕ ਨੂੰ, ਆਪਣੀ ਟੈਰੀਟਰੀ ਨੂੰ। 3 ਲੱਖ ਫੌਜ ਜਿਨ੍ਹਾਂ ਤੋਂ ਤਨਖਾਹਾਂ ਲੈਂਦੇ ਹੋ ਅਮਰੀਕਾ ਤੋਂ ਟ੍ਰੇਨਡ ਕੀਤਾ, ਉਹ ਕਿੱਥੇ ਨੇ ਸਾਰੇ? ਕਿਵੇਂ ਇੱਕ ਹਫ਼ਤੇ ਦੇ ਵਿੱਚ ਇਹ ਸਾਰਾ ਮੈਲਟਡਾਊਨ ਹੋਇਆ। ਔਰ ਉਹਨੇ ਇਹ ਕਿਹਾ ਕਿ ਜੀ ਇਹ ਪਾਕਿਸਤਾਨ ਹੀ ਹੈ ਇਸ ਦੇ ਲਈ, ਕਿਉਂਕਿ ਉਹ ਤਾਲਿਬਾਨ ਤੇ ਨੱਥ ਨਹੀਂ ਪਾ। ਜੇ ਪਾਕਿਸਤਾਨ ਚਾਹੁੰਦਾ ਤੇ ਪੀਸ ਟਾਕ ਜਿਹੜੀਆਂ ਨੇ ਅੱਗੇ ਵਧਣੀਆਂ ਸੀ। ਹੁਣ ਇਹ ਗੱਲ ਬਹੁਤ ਸੀਰੀਅਸ, ਔਰ ਜਿਹਨੂੰ ਤੁਸੀਂ ਕਹੋ ਵੀ ਇਸ ਤੋਂ ਵੱਡੀ ਪ੍ਰੋਵੋਕੇਸ਼ਨ ਕੀ ਹੋ ਸਕਦੀ ਹੈ। ਲੇਕਿਨ ਇਮਰਾਨ ਖਾਨ ਸਾਹਿਬ ਜਦੋਂ ਆਪਣੀ ਵਾਰੀ ਦੇ ਉੱਤੇ ਆਏ ਬੋਲਣ ਦੇ ਲਈ, ਉਹਨਾਂ ਨੇ ਬੜੀ ਕੂਲੀ ਉਹਨਾਂ ਨੇ ਕਿਹਾ ਕਿ ਵੀ ਮੈਂ ਬਹੁਤ ਡਿਸਅਪੁਆਇੰਟ ਹੋਇਆ ਜਿਹੜੀ ਪ੍ਰੈਜ਼ੀਡੈਂਟ ਅਸ਼ਰਫ ਗਨੀ ਨੇ ਗੱਲ ਕਹੀ ਨੈਗੇਟਿਵ ਰੋਲ ਦੀ। ਔਰ ਉਹਨਾਂ ਨੇ ਫਿਰ ਵਿਦ ਫੈਕਟ ਗੱਲ ਕੀਤੀ। ਪ੍ਰੈਜ਼ੀਡੈਂਟ ਗਨੀ
the country that is going to be most affected by turmoil in Afghanistan is Pakistan. Pakistan suffered 70,000 casualties in last 15 years. The last thing Pakistan wants is more conflict. कि भी मिस्टर अशरफ गनी ਅਸੀਂ 70,000 ਜਾਨਾਂ 15 ਸਾਲਾਂ 'ਚ ਦਿੱਤੀਆਂ ਨੇ ਔਰ ਜੇ ਕੋਈ ਸਭ ਤੋਂ ਜ਼ਿਆਦਾ ਵਰੀਡ ਹੈ ਇਸ ਸਾਰੇ ਪੀਰੀਅਡ ਦੇ ਵਿੱਚ ਔਰ ਜਿਹੜਾ ਉਹ ਪਾਕਿਸਤਾਨ ਹੈ ਕਿਉਂਕਿ ਉਹ ਫਰਦਰ ਦੀ ਐਸਕੇਲੇਸ਼ਨ ਨਹੀਂ ਚਾਹੁੰਦਾ. ਆਈ ਕੈਨ ਅਸ਼ੋਰ ਯੂ that no country has tried harder to get Taliban on the dialogue table than Pakistan. We have taken all action short of taking military. भी ਅਸੀਂ ਫੌਜ ਨਹੀਂ ਚਾੜੀ ਹੈ ਉਹਨਾਂ ਨੂੰ ਮਾਰਨ ਲਈ, ਬਾਕੀ ਜੋ ਅਸੀਂ ਕਰ ਸਕਦੇ ਸੀ ਅਸੀਂ ਕੀਤਾ. ਲੇਕਿਨ ਇਹ ਕਿਵੇਂ ਜਿਹੜਾ ਇੱਕ ਸਿਸਟਮੈਟਿਕ ਢੰਗ ਨਾਲ ਪਾਕਿਸਤਾਨ ਨੂੰ ਟਾਰਗੇਟ ਕਰਨਾ ਹੈ ਕਿਉਂਕਿ ਉੱਥੇ ਅਸ਼ਰਫ ਗਨੀ ਇਸ ਤਾਸ਼ਕੰਦ ਦੀ ਕਾਨਫਰੰਸ ਜ਼ਹਿਰ ਉਗਲ ਰਿਹਾ ਤੇ ਦੂਸਰੇ ਪਾਸੇ ਉਹਦਾ ਵਾਈਸ ਪ੍ਰੈਜ਼ੀਡੈਂਟ ਅਮਰੁੱਲਾ ਸਲੇ ਜਿਹੜਾ ਉਹ ਟਵੀਟ ਦੇ ਉੱਤੇ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਮਿਲਟਰੀ ਹੈਡ ਥ੍ਰੈਟਨਡ ਮਿਸਲ ਲਾਂਚਸ ਅਗੇਂਸਟ ਅਫਗਾਨ 에ਅਰ ਫੋਰਸ if it targeted Taliban militia that has claimed border check post at Spin Boldak. In a statement, Pakistan's foreign ministry denied the. ਹੁਣ ਇਹ ਅਮਰੁੱਲਾ ਸਲੇ ਕਹਿ ਰਿਹਾ ਹੈ ਕਿ ਜੀ ਸਪਿਨ ਬੋਲਤਾਕ ਔਰ ਚਮਨ ਜਿੱਥੇ ਜਿਹੜਾ ਤਾਲਿਬਾਨ ਜਿਹੜੀ ਪਾਕਿਸਤਾਨ ਦੇ ਨਾਲ ਮੇਨ ਉਹਨਾਂ ਦੀ ਐਂਟਰੀ ਪੁਆਇੰਟ ਹੈ ਕਿ ਜੀ ਅਫਗਾਨਿਸਤਾਨ ਜਿਹੜਾ ਉਹ ਉਹਦੇ ਤੇ ਹਵਾਈ ਹਮਲਾ ਕਰਨਾ ਚਾਹੁੰਦਾ ਸੀ ਔਰ ਪਾਕਿਸਤਾਨ ਦੀ 에ਅਰ ਫੋਰਸ ਨੇ ਜਿਹੜਾ ਉਹ ਥ੍ਰੈਟ ਕੀਤਾ ਵੀ ਅਸੀਂ ਮਿਸਾਈਲ ਦਾ ਕੇ ਜਹਾਜ਼ ਤੁਹਾਡੇ ਸੁੱਟ ਲਾਂਗੇ. ਕਹਿਣਾ ਉਹ ਇਹ ਚਾਹੁੰਦਾ ਜੀ ਵੀ ਉਹ ਤਾਲਿਬਾਨ ਦੀ ਮਦਦ ਕਰ ਰਹੇ ਨੇ. ਹਾਲਾਂ ਪਾਕਿਸਤਾਨ ਨੇ ਕਿਹਾ ਕਿ ਵੀ ਵਿਦਨ 10 ਕਿਲੋਮੀਟਰਸ ਕਿਉਂਕਿ ਜੇ ਉੱਤੋਂ ਇਹ ਹੁੰਦਾ ਹੈ ਔਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਲੋਕ ਜਿਹੜੇ ਇਧਰ ਵੀ ਭਾਵੇਂ ਉਹ ਪਸ਼ਤੂਨ ਨੇ ਉਹ ਸਫ਼ਰ ਕਰ ਸਕਦੇ ਨੇ. ਸੋ ਪਾਕਿਸਤਾਨ ਨੇ ਉਹਨੂੰ ਕਿਹਾ ਵੀ ਆਪਣੀ ਟੈਰੀਟਰੀ 'ਚ ਤੁਸੀਂ ਕੀ ਕਰਦੇ ਹੋ ਪਰ ਅਸੀਂ ਕੋਈ ਵੀ ਚੀਜ਼ ਜਿਹੜੀ ਸਪਿਲ ਓਵਰ ਜਾਂ ਅਦਰਵੇਜ਼ ਨੁਕਸਾਨ ਕਰੇ ਉਸ ਬਾਰੇ ਅਸੀਂ ਤੁਹਾਨੂੰ ਲਾਈਨ ਆਫ ਕਾਸ਼ਨ ਦੇਣਾ ਚਾਹੁੰਦੇ. ਔਰ ਇਹ ਉਹਨਾਂ ਨੇ ਹੁਣੇ ਸਾਈਮਲਟੇਨੀਅਸਲੀ ਅਸ਼ਰਫ ਗਨੀ ਉੱਥੇ ਕਹਿ ਰਿਹਾ ਅਮਰੁੱਲਾ ਸਲੇ ਜਿਹੜਾ ਉਹ ਟਵੀਟ ਦੇ ਉੱਤੇ ਲੱਗਾ ਹੋਇਆ ਪੂਰਾ ਜ਼ਹਿਰ ਉਗਲਣ. ਔਰ ਇਸ ਦੇ ਉੱਤੇ ਵੀ ਜਦੋਂ ਇਮਰਾਨ ਖਾਨ ਸਾਹਿਬ ਨੇ ਭਾਰਤ ਦਾ ਹਵਾਲਾ ਹੁਣ ਇਸ ਸਾਰੇ ਚੋਂ ਜੇ ਤੁਸੀਂ ਸ਼ਰਾਰਤ ਦੇਖਣੀ ਹੈ ਤੇ ਕਿਵੇਂ ਭਾਰਤ ਔਰ ਜੈ ਸ਼ੰਕਰ ਜਿਹੜਾ ਉੱਥੇ ਬੈਠਾ ਹੈ ਉਹਨੇ ਨਾ ਚੀਨ ਦਾ ਨਾਂ ਲਿਆ ਨਾ ਪਾਕਿਸਤਾਨ ਦਾ ਸਿੱਧੇ ਤੌਰ ਤੇ ਪਰ ਉਹਨੇ ਇੱਕ ਗੱਲ ਇਹ ਕਹੀ ਕਿ ਜੀ ਇਹ ਜਿਹੜਾ ਕਨੈਕਟੀਵਿਟੀ ਦੇ ਵਿੱਚ ਜਿਹੜੀ ਚੀਜ਼ਾਂ ਰੁਕਾਵਟ ਨੇ ਔਰ ਚੀਨ ਦੇ ਉੱਤੇ ਵੀ ਉਹਨੇ ਤਨਜ਼ ਕਰਦਿਆਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਜਦੋਂ ਵੀ ਕੋਈ ਇਸ ਕਿਸਮ ਦੀ ਕਨੈਕਟੀਵਿਟੀ ਹੁੰਦੀ ਹੈ ਇੰਟਰਨੈਸ਼ਨਲ ਲਾਅ ਸੋਵਰਨਿਟੀ ਆਫ ਦਾ ਨੇਸ਼ਨ ਐਂਡ ਇਕਨੋਮਿਕਲ ਵਾਇਬਿਲਿਟੀ ਇਹਦਾ ਧਿਆਨ ਰੱਖਣਾ ਚਾਹੀਦਾ. ਹੁਣ ਇਹ ਇਸ ਲਈ ਕਹਿ ਰਿਹਾ ਉਹ ਕਿਉਂਕਿ ਜੀ ਜੇ ਜਿਹੜੀ ਰੋਡ ਐਂਡ ਬੈਲਟ ਇਨੀਸ਼ੀਏਟਿਵ ਹੈ ਉਹ ਗਿਲਗਿਤ ਬਾਲਸਤਾਨ ਤੋਂ ਲੰਘਦਾ ਜਿਵੇਂ ਸਾਡੀ ਸੋਵਰਨਿਟੀ ਆ ਅਮਰੀਕਾ ਨੂੰ ਖੁਸ਼ ਕਰ ਰਹੇ ਨੇ ਕਿ ਬਈ ਅਸੀਂ ਇਹ ਸਾਰੇ ਪਾਰਟ ਨੂੰ ਲੈ ਰਹੇ ਹਾਂ. ਫਿਰ ਜੈ ਸ਼ੰਕਰ ਨੇ ਚਾਬਹਾਰ ਪੋਰਟ ਵੀ ਵਿੱਚ ਲਿਆਂਦੀ ਕਿ ਜੀ ਜਿਹੜੀ ਇਹ ਕਨੈਕਟੀਵਿਟੀ ਹੈ ਇੱਕ ਪਾਸੇ ਨਹੀਂ ਹੋਣੀ ਚਾਹੀਦੀ ਇਹ ਦੂਸਰੇ ਪਾਸਿਓਂ ਵੀ ਕਨੈਕਟੀਵਿਟੀ ਦੇ ਲਈ ਜ਼ਰੂਰੀ ਹੈ. The inclusion of Chabahar port in the international north-south transport corridor framework would ensure a secure and unhindered access to sea for settlers. ਉਹ ਆਪਣਾ ਕਰ ਰਿਹਾ ਕਿ ਵੀ ਉਹਦੇ 'ਚ ਉਜ਼ਬੇਕਿਸਤਾਨ ਔਰ ਇੰਡੀਆ ਔਰ ਦੂਜਾ ਸ਼ਾਮਲ ਹੋਏ ਤਾਂ ਕਿ ਪਾਕਿਸਤਾਨ ਨੂੰ ਬਾਹਰ ਰੱਖੋ. ਪਰ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਇਮਰਾਨ ਖਾਨ ਸਾਹਿਬ ਨੇ ਈਵਨ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇੰਡੀਆ ਬਾਰੇ ਵੀ ਗੱਲ ਕਸ਼ਮੀਰ ਵੀ ਉਹਨਾਂ ਨੇ ਲਿਆਂਦਾ. ਉਹਨਾਂ ਨੇ ਕਿਹਾ ਕਿ ਵੀ ਅਸੀਂ ਮਸਲੇ ਤਾਂ ਹੱਲ ਕਰਨਾ ਚਾਹੁੰਦੇ ਹਾਂ ਲੇਕਿਨ ਜਿਹੜਾ ਕਸ਼ਮੀਰ ਔਰ ਦੂਸਰੇ ਮਸਲੇ ਨੇ ਔਰ ANI ਜਿਹੜੀ ਇੰਡੀਆ ਦੀ ਨਿਊਜ਼ ਏਜੰਸੀ ਆ ਤੁਰੇ ਜਾਂਦੇ ਉਹ ਆਪਣਾ ਮਾਈਕ ਜਿਵੇਂ ਉਹ ਪੈਪਰਾਜ਼ੀ ਕਰਦੇ ਨੇ ਉਹਨੇ ਕਰਨ ਦੀ ਕੀਤੀ ਕਿ ਜੀ ਇਮਰਾਨ ਖਾਨ ਸਾਹਿਬ ਭਾਰਤ ਸੇ ਉਹਨੇ ਕਿਹਾ ਜੀ ਅਸੀਂ ਤਾਂ ਹਮੇਸ਼ਾ ਹੀ ਤਿਆਰ ਹਾਂ ਗੱਲਬਾਤ ਲਈ ਪਰ RSS ਵੱਡੀ ਪ੍ਰੋਬਲਮ ਹੈ ਔਰ ਬਿਲਕੁਲ ਸਟੇਟ ਔਰ ਉਹਨਾਂ ਨੇ ਫਿਰ ਅੱਗੋਂ ਕੁਝ ਕਹਿਣਾ ਚਾਹਿਆ ਉਹ ਫਿਰ ਅੱਗੇ ਤੁਰ ਗਏ ਨਾਲ ਉਹਨਾਂ ਦੀ ਬਾਕੀ कैबिनेट भी सी और मैं नज़र मेरी रेलवे मिनिस्टर दे उत्ते भी पई लेकिन ये गल साबित करती है कि भी उत्थे बैठ के भी किवें ये प्रोपेगेंडा कर रहे हैं और इस तरह जिहड़ी दा हिंदू दी है एक प्रोमिनेंट शायद उसदा नाम हुण मैनूं याद नहीं है लेकिन वो सुब्रमण्यम स्वामी दी डॉटर है विआही मुसलमान नाल हुई है हैदर ਉਹਦਾ लास्ट नेम है. ਹੁਣ ਉਹ ਉਸੇ ਹੀ ਥਾਂ ਤੇ ਬੈਠ ਕੇ ਮਾਈਕ ANI ਦਾ ਅੱਗੇ ਹੈ ਦਾ ਹਿੰਦੂ ਦੇ ਲਈ ਉਹ ਇੰਟਰਵਿਊ ਕਰ ਰਹੀ ਹੈ ਔਰ ਕਰ ਕਿਹਦੇ ਨਾਲ ਰਹੀ ਹੈ
ਜ਼ਲਮੇ ਖਲੀਲਜ਼ਾਦ ਨਾਲ ਜਿਹੜਾ ਬਿਲਕੁਲ ਪ੍ਰੋ ਇੰਡੀਆ। ਸੋ ਇੰਡੀਆ ਨੇ ਇਸ 40 ਜਿਹੜੇ ਮੁਲਕਾਂ ਦੇ ਨੁਮਾਇੰਦੇ ਜਿਨ੍ਹਾਂ ਦੇ ਵਿੱਚ ਅਸੀਂ ਜਿਵੇਂ ਕਿਹਾ ਵੀ ਯੂਰਪੀਅਨ ਯੂਨੀਅਨ ਦੂਸਰੇ ਵੀ ਸ਼ਾਮਲ ਨੇ, ਅਮਰੀਕਾ ਵੀ, ਚਾਈਨਾ ਵੀ, ਉਹਨੂੰ ਵੀ ਉਹਨਾਂ ਨੇ ਇਸਤੇਮਾਲ ਕੀਤਾ ਘਟੀਆ ਕਿਸਮ ਦੇ ਪ੍ਰੋਪੇਗੈਂਡੇ ਲਈ। ਅਸ਼ਰਫ ਗਨੀ ਨੂੰ ਇਸਤੇਮਾਲ ਕੀਤਾ ਔਰ ਬਜਾਏ ਕਿ ਇਹ ਸ਼ੁਕਰਗੁਜ਼ਾਰੀ ਹੁੰਦੀ ਇਹਨਾਂ ਦੀ ਜਾਂ ਬਾਕੀ ਮੁਲਕਾਂ ਦੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਪਾਕਿਸਤਾਨ ਆਪਣਾ ਇਨਫਲੂਐਂਸ ਐਸਰਟ ਨਾ ਕਰਦਾ ਤੇ ਦੋਹਾ ਡੀਲ ਹੀ ਨਹੀਂ ਸੀ ਹੋ ਸਕਦੀ। ਔਰ ਦੂਸਰੇ ਅਸੀਂ ਗੱਲ ਕਰਾਂਗੇ ਨੈਕਸਟ ਸੈਗਮੈਂਟ ਦੇ ਵਿੱਚ ਕਿ ਕਿਵੇਂ ਜੋ ਕੁਛ ਅੱਜ ਵਾਪਰ ਰਿਹਾ ਉਹਦੇ ਲਈ ਉਹ ਰੂਸ ਹੋਏ, ਪਾਕਿਸਤਾਨ ਹੋਏ, ਜਦੋਂ ਕਹਿੰਦੇ ਨੇ ਕਿ ਜੀ ਹੇਸਟੀ ਵਿਦਡਰਾਲ ਅਮਰੀਕਾ ਨੇ ਜਿਹੜਾ ਸਡਨਲੀ ਨਿਕਲਣ ਦਾ ਫੈਸਲਾ ਕੀਤਾ ਉਹਨੇ ਕਿਵੇਂ ਇਫੈਕਟ ਕੀਤਾ, ਇਸ ਦੇ ਉੱਤੇ ਅਸੀਂ ਗੱਲਬਾਤ ਫਿਰ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਲਈ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।